ਸਤਿ ਸ਼੍ਰੀ ਅਕਾਲ ਜੀ। ਬਾਣੀ ਲਿਖਣ ਦੀ ਲੋੜ ਕਿਉਂ ਪਈ ਫੇਸਬੁੱਕ ਪੇਜ ਤੇ YouTube ਚੈਨਲ ਤੇ ਆਪ ਸਭ ਦਾ ਸਵਾਗਤ ਹੈ ਜੀ। ਅੱਜ ਆਪਾਂ ਗੱਲ ਕਰਾਂਗੇ ਬਹੁਜਨ ਸਮਾਜ ਪਾਰਟੀ ਦੇ ਆਗੂ ਵੀਰ ਕੁਲਦੀਪ ਸਿੰਘ ਜੀ, ਜਿਹੜੇ ਕਿ ਕਿਰਤੀ ਲੋਕਾਂ ਦੇ ਹੱਕਾਂ ਦੀ ਲੜਾਈ ਲੜ ਰਹੇ ਨੇ ਤੇ ਇਹਨਾਂ ਨੂੰ ਕਾਫੀ ਦਿਨ ਹੋ ਗਏ ਪ੍ਰੋਟੈਸਟ ਕਰਦਿਆਂ ਨੂੰ। ਇੱਕ ਗੁਰਬਾਣੀ ਦਾ ਸ਼ਬਦ ਹੈ ਜੀ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ, ਸੂਰਾ ਸੋ ਪਹਿਚਾਨੀਐ ਜੋ ਲੜੈ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੈ ਕਬੂ ਨਾ ਛਾਡੂ ਖੇਤ। ਗੁਰੂ ਸਾਹਿਬ ਦੀ ਬਾਣੀ ਨੂੰ ਮਨ ਦੇ ਵਿੱਚ ਵਸਾ ਕੇ, ਉਸ ਸੋਚ ਨੂੰ ਮਨ ਦੇ ਵਿੱਚ ਵਸਾ ਕੇ ਉਹਦੇ ਉੱਪਰ ਕੰਮ ਕਰ ਰਹੇ ਵੀਰ ਕੁਲਦੀਪ ਸਿੰਘ ਕਿਰਤੀ ਲੋਕਾਂ ਦੀ ਲੜਾਈ ਲੜ ਰਹੇ ਨੇ। ਆਪਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਤੁਹਾਨੂੰ ਮਿਲਾਉਣਾ ਚਾਹੁੰਦੇ ਹਾਂ ਵੀਰ ਕੁਲਦੀਪ ਸਿੰਘ ਜੀ, ਸਰਦੂਲਗੜ੍ਹ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਦਿਲ ਦੇ ਬਹੁਤ ਹੀ ਚੰਗੇ ਇਨਸਾਨ ਰਾਜ ਕੌਲ ਜੀ ਦਾ ਮੈਂ ਧੰਨਵਾਦ ਕਰਦਾ, ਜਿਨ੍ਹਾਂ ਦਾ YouTube ਤੇ Facebook ਤੇ ਚੈਨਲ ਵੀ ਚੱਲਦਾ, ਬਾਣੀ ਲਿਖਣ ਦੀ ਲੋੜ ਕਿਉਂ ਪਈ। ਬੜੇ ਅੱਛੇ ਇਨਸਾਨ ਨੇ, ਮੈਂ ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਧੰਨਵਾਦ ਕਰਦਾ। ਦੱਸੋ ਜੀ। ਹਾਂਜੀ ਵੀਰ ਜੀ, ਇੱਕ ਤੁਸੀਂ ਨੇ ਕੰਪੇਨ ਚਲਾਈ ਹੈ, ਕਿਰਤੀ ਲੋਕਾਂ ਦੇ ਹੱਕਾਂ ਦੀ ਲੜਾਈ ਲੜ ਰਹੇ ਹੋ ਤੁਸੀਂ। ਕਾਫੀ ਦਿਨਾਂ ਤੋਂ ਉੱਪਰ ਧਰਨਾ ਵੀ ਚੱਲ ਰਿਹਾ ਸੀ ਤੁਹਾਡਾ, ਪ੍ਰੋਟੈਸਟ ਕਰ ਰਹੇ ਹੋ। ਉਹਦਾ ਕੀ ਮਕਸਦ ਸੀਗਾ ਤੇ ਕਿਵੇਂ ਤੁਹਾਡਾ ਧਰਨਾ ਸ਼ੁਰੂ ਹੋਇਆ, ਕੀ ਗੱਲ ਸੀਗੀ ਤੇ ਤੁਸੀਂ ਉਹਦੇ ਵਿੱਚ ਕੀ ਮੰਗਾਂ ਰੱਖੀਆਂ, ਕਿੱਥੇ ਕੁ ਤੱਕ ਤੁਹਾਡਾ ਧਰਨਾ ਚੱਲ ਰਿਹਾ ਇਸ ਟਾਈਮ, ਕੀ ਸਟੇਟਸ ਹੈ, ਕੀ ਤੁਹਾਡੀਆਂ ਮੰਗਾਂ ਮੰਨ ਲਈਆਂ ਗਈਆਂ ਜਾਂ ਨਹੀਂ, ਜਾਂ ਤੁਹਾਨੂੰ ਕਿਸੇ ਮੀਟਿੰਗ ਲਈ ਬੁਲਾਇਆ ਗਿਆ? ਬੜਾ ਅੱਛਾ ਸਵਾਲ ਤੁਸੀਂ ਮੈਨੂੰ ਕੀਤਾ। ਗੁਰੂ ਸਾਹਿਬ ਨੇ ਕਿਹਾ ਸੀ ਕਿ ਰਾਜ ਬਿਨਾ ਨਾ ਧਰਮ ਜਲੇ ਹੈ, ਧਰਮ ਬਿਨਾ ਸਭ ਦਲੇ ਮਲੇ ਹੈ, ਕੋਈ ਕਿਸੇ ਕੋ ਰਾਜ ਨਾ ਦੇ ਹੈ, ਜੋ ਲੈ ਹੈ ਨਿਜ ਬਲ ਸੇ ਲੈ ਹੈ। ਅਸੀਂ ਵੱਖ-ਵੱਖ ਭਾਈਚਾਰਿਆਂ ਦੇ ਵਿੱਚ ਭਾਰਤ ਦੇ ਮੂਲ ਨਿਵਾਸੀ ਜਿਹੜੇ ਵੱਖ-ਵੱਖ ਜਾਤਾਂ ਦੇ ਨਾਂ 'ਤੇ ਵੰਡੇ ਹੋਏ ਨੇ, ਉਹਨਾਂ ਨੂੰ ਇਕੱਠਾ ਕਰਨ ਦਾ ਕੰਮ ਕਰ ਰਹੇ ਹਾਂ। ਬਹੁਜਨ ਸਮਾਜ ਜਿਹੜਾ ਲੰਬੇ ਸਮੇਂ ਤੋਂ ਸੁੱਤਾ ਹੋਇਆ ਸਮਾਜ ਆ, ਉਹਨੂੰ ਜਗਾਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਕਿਉਂਕਿ ਸਮੇਂ ਦੀਆਂ ਸਰਕਾਰਾਂ ਮਜ਼ਦੂਰ ਦੀ ਦਿਹਾੜੀ ਖੁਦ ਤੈਅ ਕਰਦੀਆਂ ਨੇ। ਜਿਵੇਂ ਪੂਰੇ ਪੰਜਾਬ ਦੇ ਵਿੱਚ 368 ਰੁਪਏ ਮਜ਼ਦੂਰ ਦੀ ਦਿਹਾੜੀ ਤੈਅ ਕੀਤੀ ਹੋਈ ਹੈ, ਪਰ ਮੈਨੂੰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ 368 ਰੁਪਏ 2.5 ਸਾਲ ਪਹਿਲਾਂ ਤੈਅ ਹੋਈ ਸੀ ਤੇ 2.5 ਸਾਲ ਤੋਂ 368 ਵਿੱਚ ਮਜ਼ਦੂਰ ਦੀ ਮਜ਼ਦੂਰੀ ਰੇਟ ਦੇ ਵਿੱਚ ਵਾਧਾ ਨਹੀਂ ਹੋਇਆ। ਤਾਂ ਇੱਥੇ ਸੋਚਣਾ ਬਣਦਾ ਕਿ 2.5 ਸਾਲ ਦੇ ਵਿੱਚ ਮਹਿੰਗਾਈ ਕਿੱਥੇ ਚਲੀ ਗਈ। ਪਰ ਸਰਕਾਰਾਂ ਕੁੰਭਕਰਨ ਦੀ, ਪਿਛਲੀ ਸਰਕਾਰ ਵੀ ਤੇ ਹੁਣ ਵਾਲੀ ਸਰਕਾਰ ਵੀ ਮਜ਼ਦੂਰ ਦੇ ਹੱਕਾਂ ਲਈ ਸੁੱਤੀ ਹੋਈ ਹੈ। ਤੇ ਮੈਂ ਇੱਥੇ ਕਹਿਣਾ ਚਾਹਣਾ ਕਿ ਜਿੰਨੇ ਵੀ ਮਾਨਯੋਗ ਜ਼ਿਲ੍ਹਿਆਂ ਦੇ DC ਨੇ ਜਾਂ ਪੰਜਾਬ ਦੀ ਸਰਕਾਰ ਮਜ਼ਦੂਰਾਂ ਦਾ ਸ਼ੋਸ਼ਣ ਕਰਾਉਣ 'ਤੇ ਲੱਗੀ ਹੋਈ ਹੈ। ਉਹ ਕਿਸ ਤਰ੍ਹਾਂ ਲੱਗੀ ਹੋਈ ਹੈ ਮੈਂ ਵੇਖਦਾ, ਚਾਹੇ ਉਹ ਕਾਟਨ ਫੈਕਟਰੀਆਂ ਨੇ, ਚਾਹੇ ਉਹ ਗੱਤਾ ਫੈਕਟਰੀਆਂ ਨੇ, ਚਾਹੇ ਉਹ ਕੱਪੜਾ ਫੈਕਟਰੀਆਂ ਨੇ, ਚਾਹੇ ਉਹ ਕੁਰਕਰੇ ਬਣਾਉਣ ਵਾਲੀਆਂ ਫੈਕਟਰੀਆਂ ਨੇ। ਉਹਦੇ ਵਿੱਚ ਔਰਤਾਂ ਨੂੰ ਸਿਰਫ 2-2, 4-4 ਹਜ਼ਾਰ ਰੁਪਏ 'ਤੇ ਜਾਂ 5,000 ਰੁਪਏ 'ਤੇ ਮਹੀਨਾ ਰੱਖਿਆ ਜਾਂਦਾ। ਸ਼ੋਅਰੂਮਾਂ 'ਤੇ 2-2, 4-4 ਹਜ਼ਾਰ, 5-5, 6-6 ਹਜ਼ਾਰ 'ਤੇ ਸਾਡੇ ਮੁੰਡੇ ਲੱਗੇ ਹੋਏ ਨੇ। ਇਹ ਸੋਚਣਾ ਬਣਦਾ ਕਿ ਜਦੋਂ DC ਰੇਟ ਤੈਅ ਆ 368 ਰੁਪਏ ਤੋਂ, ਤਾਂ ਫਿਰ ਜਿਹੜੇ ਸਰਕਾਰੀ ਅਫਸਰ ਬੈਠੇ ਨੇ, ਜ਼ਿਲ੍ਹੇ ਦੇ ਮਾਲਕ ਬੈਠੇ ਨੇ, ਤਾਂ ਉਹਨਾਂ ਨੂੰ ਉਹਨਾਂ ਦੇ ਨੱਕ ਦੇ ਹੇਠ ਮਜ਼ਦੂਰ ਦਾ ਸ਼ੋਸ਼ਣ ਹੁੰਦਾ। ਤਾਂ ਉਹਨਾਂ ਨੂੰ ਇਸ ਗੱਲ ਵੱਲ ਧਿਆਨ ਦੇਣਾ ਚਾਹੀਦਾ। ਸਾਡੀ ਇਹ ਜ਼ਿਲ੍ਹੇ ਦੇ DCਆਂ ਤੋਂ ਮੰਗ ਆ, ਸਾਰੇ ਪੰਜਾਬ ਦੇ ਜਿੰਨੇ ਵੀ DC ਨੇ, ਪੰਜਾਬ ਦੇ ਮੁੱਖ ਮੰਤਰੀ ਤੋਂ ਮੰਗ ਆ ਕਿ ਸਭ ਤੋਂ ਪਹਿਲਾਂ ਤਾਂ ਤੁਸੀਂ ਇਹ ਤੈਅ ਕਰੋ ਕਿ 368 ਰੁਪਏ ਸਾਨੂੰ ਦਿਹਾੜੀ ਬਿਲਕੁਲ ਨਹੀਂ ਮਨਜ਼ੂਰ। 368 ਬਹੁਤ ਘੱਟ ਆ, ਪਰ ਜਿਹੜੀ 368 ਵੀ ਤੁਸੀਂ 2.5 ਸਾਲ ਪਹਿਲਾਂ ਬੰਨੀ ਹੋਈ ਆ, ਤਾਂ ਉਹਦੇ ਵਿੱਚ ਔਰਤਾਂ ਨੂੰ 200 ਰੁਪਇਆ ਖੇਤ ਦੇ ਵਿੱਚ ਮਜ਼ਦੂਰੀ ਕਿਉਂ ਦਿੱਤੀ ਜਾਂਦੀ ਹੈ? ਇਹ ਸਾਡੀ ਲੜਾਈ ਚੱਲ ਰਹੀ ਹੈ। ਇਹ ਪੂਰੀ ਮਿਲ ਨਹੀਂ ਰਹੀ ਜੀ 368 ਰੁਪਈਆ। ਇਹ ਤਾਂ ਸਾਰੇ ਪੰਜਾਬ ਨੂੰ ਪਤਾ। ਆ ਮੇਰਾ ਤੁਹਾਡੇ ਰਾਹੀਂ ਜਿਹੜਾ ਸੁਨੇਹਾ ਦੇਖਣਗੇ ਪਿੰਡਾਂ ਦੇ ਵਿੱਚ ਜਾ ਕੇ ਪੁੱਛੋ, ਜਿਹੜੀਆਂ ਔਰਤਾਂ ਨੇ ਖੇਤ ਦੇ ਵਿੱਚ 200, 180 ਰੁਪਏ ਦਿਹਾੜੀ ਦਿੱਤੀ ਜਾਂਦੀ ਹੈ, ਤੇ ਜਿਹੜੇ ਫੈਕਟਰੀਆਂ ਦੇ ਵਿੱਚ ਲੱਗੇ ਨੇ ਉੱਥੇ ਵੀ 200 ਰੁਪਇਆ, 150 ਰੁਪਇਆ ਦਿਹਾੜੀ 'ਤੇ ਸਾਡੀਆਂ ਔਰਤਾਂ ਕੰਮ ਕਰ ਰਹੀਆਂ ਨੇ। ਤਾਂ ਮਜ਼ਦੂਰ ਦੀ 350 ਰੁਪਇਆ ਦਿਹਾੜੀ ਚੱਲ ਰਹੀ ਹੈ। ਤਾਂ ਜੈਂਟਸ ਮਜ਼ਦੂਰ ਦੀ ਜਿਹੜਾ ਚੇਨਈ ਦੇ ਵਿੱਚ ਸਾਡੀ ਮੰਗ ਆ, ਅੱਜ ਦੀ ਮਹਿੰਗਾਈ ਨੂੰ ਦੇਖਦੇ ਹੋਇਆਂ, ਕਿ ਘੱਟੋ ਘੱਟ 700 ਰੁਪਇਆ ਦਿਹਾੜੀ ਮਜ਼ਦੂਰ ਦੀ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਹੈ। ਬਿਲਕੁਲ ਜੀ, ਕਿਉਂਕਿ ਮਹਿੰਗਾਈ ਹੁਣ ਪਿਛਲੇ 2-2.5 ਸਾਲ ਤੋਂ ਬਹੁਤ ਜ਼ਿਆਦਾ ਵੱਧ ਗਈ ਹੈ। ਹਰ ਇੱਕ ਚੀਜ਼ ਦੇ ਕਰਿਆਨੇ ਦਾ ਜਿਹੜਾ ਸਮਾਨ ਹੈ
ਭਾਅ ਦੁੱਗਣੇ ਹੋ ਗਏ ਆ, ਰੇਟ ਦੁੱਗਣੇ ਹੋ ਗਏ ਆ, ਇਹ ਸਾਨੂੰ ਸਭ ਨੂੰ ਪਤਾ ਹੈ ਕਿਉਂਕਿ ਆਮ ਘਰਾਂ ਦੇ ਵਿੱਚ ਆਪਾਂ ਲਿਆਉਂਦੇ ਰਹਿੰਦੇ ਆ। ਅਤੇ ਦੂਜੀ ਗੱਲ, ਮਜ਼ਦੂਰ ਦੀ ਦਿਹਾੜੀ ਕਦੇ ਦੁੱਗਣੀ ਨਹੀਂ ਹੋਈ, ਉਹ 368 'ਤੇ ਹੀ ਖੜੀ ਹੈ। ਅਤੇ ਤੁਸੀਂ ਹੁਣ ਇਹਨੂੰ ਅੱਗੇ ਵਧਾਉਣ ਦੇ ਲਈ ਕਿੰਨਾ ਕੁ ਪ੍ਰੋਟੈਸਟ ਕੀਤਾ ਅਤੇ ਕਿਸ ਲੈਵਲ 'ਤੇ ਤੁਸੀਂ ਪਹੁੰਚੇ ਹੋ? ਅਸੀਂ ਕੁੰਭਕਰਨ ਦੀ ਨੀਂਦ ਸੁੱਤੇ ਹੋਏ ਪ੍ਰਸ਼ਾਸਨ ਨੂੰ ਜਗਾਉਣ 'ਤੇ ਲੱਗੇ ਹੋਏ ਹਾਂ। ਜਦੋਂ ਸਾਡੀਆਂ ਡੀਸੀ ਸਾਹਿਬ ਨਾਲ ਮੀਟਿੰਗਾਂ ਹੁੰਦੀਆਂ ਜੀ, ਉਹਨਾਂ ਕੋਲ ਇਹ ਮਜ਼ਦੂਰ ਦੀ ਦਿਹਾੜੀ ਵਾਲੀ ਫਾਈਲ ਵੀ ਗਮਾਚੀ ਹੁੰਦੀ ਹੈ, ਉਹਨੂੰ ਵੀ ਭਾਲ ਕੇ ਲੈ ਕੇ ਆਉਂਦੇ ਨੇ ਕਿ 368 ਰੁਪਏ ਸਾਡੀ ਮੰਗ ਨਹੀਂ, 368 ਤਾਂ 2.5 ਸਾਲ ਪਹਿਲਾਂ ਬੱਝੀ ਹੋਈ ਦਿਹਾੜੀ ਆ। ਪਰ ਜਿਹੜੀਆਂ ਸ਼ਡਿਊਲ ਕਾਸਟ, ਕਿਰਤੀ ਮਜ਼ਦੂਰ, SC BC ਭਾਈਚਾਰੇ ਦੀਆਂ ਔਰਤਾਂ ਨੂੰ 200 ਰੁਪਏ ਮਜ਼ਦੂਰੀ ਕਿਉਂ ਮਿਲਦੀ ਆ, ਉਹਨਾਂ ਦਾ 168 ਰੁਪਏ ਪ੍ਰਤੀ ਦਿਨ ਕਿਉਂ ਖਾਧਾ ਜਾਂਦਾ? ਹੁਣ ਲੋਕ ਗੱਲਾਂ ਕਰਦੇ ਨੇ ਕਿ ਗਰੀਬ ਹੋ ਰਿਹਾ, ਮਜ਼ਦੂਰ ਗਰੀਬ ਹੋ ਰਿਹਾ। ਜਦੋਂ ਤੁਸੀਂ ਮਜ਼ਦੂਰ ਦੀ ਮਜ਼ਦੂਰੀ 'ਤੇ ਡਾਕਾ ਮਾਰੋਗੇ, ਉਹਦੇ ਹੱਕ ਖਾਓਗੇ, ਤਾਂ ਫਿਰ ਉਹ ਅਮੀਰ ਕਿਸ ਤਰ੍ਹਾਂ ਹੋਵੇਗਾ? ਗਰੀਬ ਤਾਂ ਦਿਨੋਂ ਦਿਨ ਗਰੀਬ ਹੋਵੇਗਾ। ਇਹ ਸਰਕਾਰ ਦੀਆਂ ਗਲਤ ਨੀਤੀਆਂ। ਅਸੀਂ ਧਰਨੇ ਸ਼ੁਰੂ ਕੀਤੇ। ਸਾਡੀਆਂ ਜੋ ਮੰਗਾਂ ਨੇ, ਜਿਹੜਾ ਚਾਹੇ ਉਹ ਪੇਂਟਰ, ਚਾਹੇ ਉਹ ਮਜ਼ਦੂਰ ਕੋਠੀਆਂ ਬਣਾਉਣ, ਫੈਕਟਰੀਆਂ ਬਣਾਉਣ ਦੇ ਵਿੱਚ ਲੱਗਿਆ, ਸਾਡੀ ਉਹਦੀ ਦਿਹਾੜੀ ਦੀ ਘੱਟੋ ਘੱਟ 700 ਰੁਪਇਆ ਮੰਗ ਆ। ਰਾਜ ਮਿਸਤਰੀ ਚਨਿਆਈ ਵਾਲਾ, ਸਾਡੀ ਉਹਦੀ ਮੰਗ ਆ ਕਿ 1000 ਰੁਪਇਆ ਪ੍ਰਤੀ ਡੇ ਉਹਦੀ ਦਿਹਾੜੀ ਹੋਣੀ ਚਾਹੀਦੀ ਹੈ। ਜਿਹੜੇ ਫੈਕਟਰੀਆਂ ਸ਼ੋਅਰੂਮਾਂ ਦੇ ਵਿੱਚ ਮੁੰਡੇ ਲੱਗੇ ਹੋਏ ਨੇ, ਚਾਹੇ ਕਾਰਖਾਨਿਆਂ ਦੇ ਵਿੱਚ, ਉਹਨਾਂ ਦੀ 15,000 ਰੁਪਇਆ ਪ੍ਰਤੀ ਸਾਡੀ ਮੰਗ ਆ ਅਤੇ 8 ਘੰਟੇ ਡਿਊਟੀ ਹੋਵੇ। ਇਹ ਸਾਡੀ ਮੰਗ ਆ। ਸਾਡਾ ਕੋਈ ਹੋਰ ਏਜੰਡਾ ਨਹੀਂ। ਸਿਰਫ ਜਿਹੜਾ ਸਰਮਾਏਦਾਰ ਲੋਕ, ਸਰਕਾਰਾਂ ਮਜ਼ਦੂਰ ਦੇ ਹੱਕਾਂ ਨੂੰ ਖਾ ਰਹੀਆਂ, ਉਹਨਾਂ ਨੂੰ ਅਸੀਂ ਮਜ਼ਦੂਰਾਂ ਨੂੰ ਜਗਾਉਣ 'ਤੇ ਲੱਗੇ ਹੋਏ ਹਾਂ ਕਿ ਜਿੰਨਾ ਤੱਕ ਬੱਚਾ ਰੋਂਦਾ ਨਹੀਂ, ਉਹਦੀ ਮਾਤਾ ਵੀ ਉਹਨੂੰ ਦੁੱਧ ਨਹੀਂ ਚੰਗਾਉਂਦੀ। ਖੇਡ ਲੱਗ ਰਿਹਾ ਬੱਚਾ, ਜੇ ਉਹ ਥੋੜ੍ਹਾ ਜਿਹਾ ਰੋਂਦਾ ਤਾਂ ਮਾਂ ਭੱਜ ਕੇ ਹਿੱਕ ਨਾਲ ਲਾਉਂਦੀ ਹੈ। ਅਤੇ ਮੇਰੇ ਸਮਾਜ 'ਤੇ ਗੁਲਾਮੀ ਦੀ ਇੰਨੀ ਮਾਰ ਪੈ ਚੁੱਕੀ ਆ ਕਿ ਉਹ ਆਪਣੇ ਹੱਕ ਮੰਗਣੇ ਵੀ ਭੁੱਲ ਗਿਆ, ਨਸ਼ਿਆਂ ਦੀ ਦਲਦਲ ਦੇ ਵਿੱਚ ਫਸ ਗਿਆ। ਮੈਂ ਮੇਰੇ ਨੌਜਵਾਨ ਭਰਾਵਾਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਆਪਾਂ ਹੋਰ ਸਿਸਟਮ ਦਾ ਕੰਮ ਛੱਡ ਕੇ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਨਸਲਾਂ ਨੂੰ ਬਚਾਉਣ ਦਾ ਕੰਮ ਕਰੀਏ। ਜੀ, ਅਤੇ ਇੱਕ ਤੁਸੀਂ ਧਰਨਾ ਲਾਇਆ ਹੋਇਆ ਸੀਗਾ ਮਾਨਸਾ ਦੇ ਵਿੱਚ DC ਦਫ਼ਤਰ ਅੱਗੇ, ਉਹਦਾ ਤੁਸੀਂ ਸਾਨੂੰ ਸਪਸ਼ਟੀਕਰਨ, ਵੈਸੇ ਅਸੀਂ ਸੋਸ਼ਲ ਮੀਡੀਆ 'ਤੇ ਵੇਖਿਆ ਵੀ ਸੀਗਾ, ਅਤੇ ਉਹਦਾ ਕੀ ਫੈਸਲਾ ਹੋਇਆ ਜੀ? ਅਸੀਂ ਧਰਨਾ ਲਾਇਆ ਸੀ, ਪਹਿਲਾਂ ਤਾਂ ਵਿਧਾਨ ਸਭਾ ਬਲਾਕ ਪੱਧਰ 'ਤੇ ਵੀ ਲਾਏ, ਪ੍ਰਸ਼ਾਸਨ ਕੁੰਭਕਰਨ ਦੀ ਨੀਂਦ ਸੁੱਤਾ ਰਿਹਾ। ਫਿਰ ਹਾਰ ਕੇ ਇੱਥੇ ਸਰਸਾ ਮਾਨਸਾ ਮੇਨ ਹਾਈਵੇ ਪੈਂਦਾ, ਹਰਿਆਣੇ ਅਤੇ ਪੰਜਾਬ ਨੂੰ ਰੋਡ ਦਾ ਵੱਡਾ ਰੋਡ ਆ, ਅਤੇ ਅਸੀਂ ਉਹ ਰੋਡ ਚੱਕਾ ਜਾਮ ਕੀਤਾ ਜੀ। ਤਾਂ ਜਿਹੜਾ ਜ਼ਿਲ੍ਹੇ ਦਾ DC ਸੀ, ਉਹ ਕਹਿ ਰਿਹਾ ਸੀ ਕਿ ਤੁਸੀਂ ਤਹਿਸੀਲਦਾਰ ਨੂੰ ਗੱਲ ਕਰ ਲਓ, SDM ਨਾਲ ਗੱਲ ਕਰ ਲਓ। ਤਾਂ ਅਸੀਂ ਕਿਹਾ ਵੀ ਅਸੀਂ ਹਰੇਕ ਅਧਿਕਾਰੀ ਦੀ ਇੱਜ਼ਤ ਕਰਦੇ ਹਾਂ, ਕਿਉਂਕਿ ਅਸੀਂ ਇਨਸਾਫ ਪਸੰਦ ਹਾਂ, ਕਾਨੂੰਨ ਨੂੰ ਮੰਨਣ ਵਾਲੇ ਲੋਕ ਹਾਂ। ਤਾਂ ਉਹ ਕਹਿਣ ਲੱਗੇ, ਮੈਂ ਕਿਹਾ ਅਸੀਂ ਪਹਿਲਾਂ ਵੀ ਵੱਖ-ਵੱਖ ਥਾਈਂ ਧਰਨੇ ਲਾ ਕੇ ਤਹਿਸੀਲਦਾਰ ਜਾਂ SDM ਨੂੰ ਮੰਗ ਪੱਤਰ ਦੇ ਸਕਦੇ ਹਾਂ, ਅਤੇ ਹੁਣ DC ਸਾਹਿਬ ਤੁਹਾਨੂੰ ਸਾਡੀ ਗੱਲ ਸੁਣਨੀ ਪਊ ਅਤੇ ਸਾਡੀਆਂ ਮੰਗਾਂ ਵੀ ਮੰਨਣੀਆਂ ਪੈਣਗੀਆਂ। ਕੀ ਉਹ DC ਸਾਹਿਬ ਤੁਹਾਡਾ ਮੰਗ ਪੱਤਰ ਲੈਣ ਲਈ ਆਏ ਜਾਂ ਤੁਹਾਨੂੰ ਉਹਨਾਂ ਨੂੰ ਮਜਬੂਰ ਕਰਨਾ ਪਿਆ ਬੁਲਾਉਣ ਲਈ? DC ਸਾਹਿਬ ਜਿਹੜਾ ਰਵੱਈਆ ਸੀ ਉਹ ਉਸ ਸਮੇਂ ਠੀਕ ਨਹੀਂ ਸੀ। ਉਹ ਕਹਿੰਦੇ, ਉਹਨਾਂ ਨੇ ਇੱਕ ਤਰ੍ਹਾਂ ਦਾ ਸਾਨੂੰ ਜਵਾਬ ਹੀ ਦਿੱਤਾ, ਕਹਿੰਦੇ ਜੇ ਆਵੇਗਾ ਤਾਂ ADC ਆਵੇਗਾ ਜਾਂ ਕੋਈ ਮੈਂ ਤਹਿਸੀਲਦਾਰ ਜਾਂ SDM ਭੇਜ ਦੇਣਾ। ਮੈਂ ਕਿਹਾ ਤੁਹਾਨੂੰ ਸਾਡੇ ਇਕੱਠ ਦੇ ਵਿੱਚ ਮਾਣਯੋਗ DC ਸਾਹਿਬ ਆਉਣਾ ਪਊਗਾ। ਤੁਹਾਡੇ ਅਤੇ ਸਾਡੇ ਜ਼ਿਲ੍ਹੇ ਦੀਆਂ ਜ਼ਿੰਮੇਵਾਰੀਆਂ, ਤੁਸੀਂ ਨਾ ਆਓਗੇ ਜੇ ਅੱਜ ਬਿਜੀ ਹੋ, ਕੱਲ੍ਹ ਆ ਜਾਣਾ, ਕੱਲ੍ਹ ਨਹੀਂ ਆ ਸਕਦੇ ਪਰਸੋਂ ਆ ਜਾਣਾ। ਉਹਨਾਂ ਤੱਕ ਮੈਂ ਭੁੱਖ ਹੜਤਾਲ ਰੱਖਾਂਗਾ, ਰੋਡ ਦੇ ਉੱਤੇ ਆਪਦੇ ਸਮਾਜ ਨੂੰ ਲੈ ਕੇ ਬੈਠਾਂਗਾ, ਸੁੱਤੇ ਪਏ ਪ੍ਰਸ਼ਾਸਨ ਨੂੰ, ਸੁੱਤੀ ਪਈ ਸਰਕਾਰ ਨੂੰ ਜਗਾਉਣ ਦਾ ਕੰਮ ਕਰਾਂਗਾ। ਤਾਂ ਉਹ DC ਸਾਹਿਬ ਸਾਡੇ ਵਿੱਚ ਸਾਡਾ ਮੰਗ ਪੱਤਰ, ਸਾਡੀਆਂ ਮੰਗਾਂ ਜਿਹੜੀਆਂ ਸਾਡੀਆਂ ਸੀ ਜ਼ਿਲ੍ਹਾ ਪੱਧਰ ਦੀਆਂ, ਉਹਨਾਂ ਨੇ ਸਾਡੀ ਗੱਲ ਨਹੀਂ ਸੁਣੀ ਅਤੇ ਸਾਡਾ ਧਰਨਾ ਰੈਗੂਲਰ ਚੱਲਦਾ ਰਿਹਾ। ਸਾਡੇ ਸਬਰ ਨੂੰ ਉਹ ਚੈੱਕ ਕਰਦੇ ਰਹੇ ਵੀ ਇਹ ਸ਼ਾਮ ਹੁੰਦੇ ਹੀ ਲੋਕ ਚਲੇ ਜਾਣਗੇ। ਪਰ ਮੈਂ ਮੇਰੀਆਂ ਭੈਣਾਂ ਦਾ, ਵੀਰਾਂ ਦਾ, ਮਜ਼ਦੂਰਾਂ ਦਾ, ਕਿਰਤੀ ਸਮਾਜ ਦਾ ਧੰਨਵਾਦ ਕਰਾਂਗਾ ਕਿ ਇੱਕ ਵੀ ਵਿਅਕਤੀ ਰੋਡ ਤੋਂ ਨਹੀਂ ਹੱਲਿਆ। ਅਤੇ ਰਾਤ ਦੇ 10 ਵਜੇ ਦੇ ਲਗਭਗ ਜਿਹੜਾ DC ਸੀ, DC ਸਾਹਿਬ ਸਾਡੇ ਧਰਨੇ ਦੇ ਵਿੱਚ ਆਏ ਅਤੇ ਜਿਹੜੀਆਂ ਸਾਡੀਆਂ ਜ਼ਿਲ੍ਹਾ ਪੱਧਰ ਮੰਗਾਂ ਸੀ, ਉਹ ਮੰਗਾਂ ਮੰਨੀਆਂ ਜਿਹੜੀਆਂ ਸਾਡੀਆਂ ਸੀ। ਅਤੇ ਸਾਨੂੰ ਖੁਦ ਵੀ ਸਾਧਨ ਵੀ ਮੁਹੱਈਆ ਕਰਾਏ ਵੀ ਜੇ ਤੁਹਾਡੇ ਕੋਲ ਸਾਧਨ ਨੇ ਤੁਸੀਂ ਰੋਡ ਤੋਂ ਚਲੇ ਜਾਓ। ਤਾਂ ਇਸ ਤਰ੍ਹਾਂ ਕਰਕੇ ਉਸ ਤੋਂ ਬਾਅਦ ਸਾਡਾ ਧਰਨਾ, ਸਾਡੀਆਂ ਜ਼ਿਲ੍ਹਾ ਪੱਧਰੀ ਮੰਗਾਂ ਮਨਵਾ ਕੇ ਫਿਰ ਚੱਕਿਆ ਗਿਆ। ਅਤੇ ਹੁਣ ਤੁਹਾਡਾ ਅਗਲਾ ਪ੍ਰੋਗਰਾਮ ਕੀ ਹੈ ਜੀ?
ਸਾਡਾ ਅਗਲਾ ਪ੍ਰੋਗਰਾਮ ਵੀ ਤੇ ਜਿਹੜੀਆਂ ਮੰਗਾਂ ਮੈਂ ਉਹਦੇ ਬਾਰੇ ਵੀ ਦੱਸਣਾ ਚਾਹੂੰਗਾ। ਜੀ। ਮੈਂ ਡੀਸੀ ਸਾਹਿਬ ਤੋਂ, ਡੀਸੀ ਸਾਹਿਬ ਨੇ ਉੱਥੇ ਖੁਦ ਸਟੇਟਮੈਂਟ ਆ ਕੇ ਮੈਕ ਦੇ ਉੱਤੇ ਆਪ ਬੋਲੇ ਦਿੱਤੀ ਕਿ ਜੇ ਕੋਈ ਜ਼ਿਲ੍ਹੇ ਦੇ ਵਿੱਚ 367 ਰੁਪਏ ਵੀ ਔਰਤ ਨੂੰ ਦਿੰਦਾ, ਕਿਉਂਕਿ ਸਰਕਾਰੀ ਰੇਟ 368 ਆ, ਜੀ। ਤਾਂ ਜੇ ਉਹ ਔਰਤ ਕੰਪਲੇਂਟ ਕਰਦੀ ਆ, ਐਪਲੀਕੇਸ਼ਨ ਦਿੰਦੀ ਆ ਥਾਣੇ ਕਚਹਿਰੀ ਦੇ ਵਿੱਚ ਵੀ ਮੇਰੇ ਤੋਂ ਘੱਟ ਰੇਟ ਤੇ ਮਜ਼ਦੂਰੀ ਕਰਾਈ ਜਾ ਰਹੀ ਆ, ਤਾਂ ਉਸ ਦੋਸ਼ੀ ਵਿਅਕਤੀ ਦੇ ਖਿਲਾਫ ਕਾਰਵਾਈ ਹੋਵੇਗੀ। ਤੇ ਸਾਡੀ ਦੂਜੀ ਮੰਗ ਸੀ ਕਿ ਪਿਛਲੀ ਕੁਝ ਮਹੀਨਿਆਂ ਦੇ ਵਿੱਚ ਪੰਜਾਬ ਦੇ ਖਾਸ ਕਰਕੇ ਮਾਲਵੇ ਦੇ ਵਿੱਚ ਨਰਮੇ ਦੀ ਫਸਲ ਮਰੀ, ਨਰਮੇ ਦੀ ਫਸਲ ਮਰੀ ਤਾਂ ਉਸ ਦੇ ਕਿਸਾਨ ਭਰਾਵਾਂ ਨੂੰ 17,000 ਰੁਪਏ ਦੇ ਪ੍ਰਤੀ ਲਗਭਗ ਕਿੱਲੇ ਦਾ ਮੁਆਵਜ਼ਾ ਮਿਲਿਆ। ਤੇ ਜਿਹੜੇ ਲੋਕ ਕਿਰਤੀਆਂ ਨੇ ਨਰਮਾ ਚੁੱਕਣਾ ਸੀ ਤੇ ਜਿਨ੍ਹਾਂ ਨੇ ਧੀਆਂ ਦਾ ਦਹੇਜ ਬਣਾਉਣਾ ਸੀ, ਧੀਆਂ ਦੇ ਸੂਟ ਬਣਾਉਣੇ ਸੀ, ਘਰ ਦੀ ਕਬੀਲਦਾਰੀ ਚਲਾਉਣੀ ਸੀ, ਉਹਨਾਂ ਨੂੰ ਇਹ ਪ੍ਰਸ਼ਾਸਨ, ਇਹ ਸਰਕਾਰਾਂ ਅੱਜ ਤੱਕ ਜਿਹੜਾ ਸ਼ਡਿਊਲ ਕਾਸਟ ਭਾਈਚਾਰਾ, ਜਿਹੜਾ ਮਜ਼ਦੂਰ ਭਾਈਚਾਰਾ, ਉਹਨਾਂ ਨੂੰ 1 ਰੁਪਈਆ ਵੀ ਨਹੀਂ ਦਿੱਤਾ। ਤਾਂ ਫਿਰ ਉੱਤੇ ਸ਼ਰਤਾਂ ਲਾਤੀਆਂ ਕਿ ਤੁਸੀਂ ਪਹਿਲਾਂ ਕਿਸਾਨਾਂ ਕੋਲੇ ਜਾਓ, ਫਾਰਮਾਂ ਦੇ ਉੱਤੇ ਸਾਈਨ ਕਰਾ ਕੇ ਲਿਆਓ ਵੀ ਤੁਸੀਂ ਨਰਮਾ ਚੁੱਕਿਆ। ਤਾਂ ਮੈਂ ਡੀਸੀ ਸਾਹਿਬ ਨੂੰ ਕਿਹਾ ਕਿ ਨਰਮਾ ਤਾਂ ਹੋਵੇਗਾ ਜੇ ਤੁਸੀਂ 17,000 ਰੁਪਏ ਮੁਆਵਜ਼ਾ ਕਿਸਾਨ ਭਰਾ ਨੂੰ ਦਿੱਤਾ, ਉਹ ਇਸੇ ਕਰਕੇ ਦਿੱਤਾ ਜੇ ਨਰਮਾ ਮਰ ਚੁੱਕਿਆ ਸੀ। ਨਰਮਾ ਮਰਨ ਦਾ ਤੁਸੀਂ 17,000 ਰੁਪਇਆ ਦਿੱਤਾ ਤੇ ਫਿਰ ਜਦੋਂ ਨਰਮਾ ਚੁੱਕੇ ਹੀ ਨਹੀਂ ਤਾਂ ਫਿਰ ਸੈਨਾ ਦੀ ਕਰਾਉਣ ਦੀ ਕੀ ਲੋੜ ਪੈਂਦੀ ਹੈ। ਤਾਂ ਇਹ ਵੀ ਡੀਸੀ ਸਾਹਿਬ ਨੇ ਮੰਨਿਆ ਕਿ 10 ਦਿਨਾਂ ਦੇ ਅੰਦਰ ਅੰਦਰ 10 ਦਿਨਾਂ ਦੇ ਅੰਦਰ ਅੰਦਰ ਸਾਰੇ ਖਾਤਿਆਂ ਦੇ ਵਿੱਚ ਪੂਰਾ ਬੈਲੈਂਸ, ਜਿਹੜੇ ਪੈਸੇ ਆ ਚੁੱਕੇ ਨੇ ਜ਼ਿਲ੍ਹੇ ਦੇ ਵਿੱਚ, 10 ਦਿਨਾਂ ਦੇ ਅੰਦਰ ਅੰਦਰ ਕਿਰਤੀਆਂ ਦੇ ਖਾਤਿਆਂ ਦੇ ਵਿੱਚ ਉਹ ਜਿਹੜੇ ਪੇਮੈਂਟ ਆ, ਪੈਸੇ ਨੇ, ਉਹ ਮੁਆਵਜ਼ੇ ਦੇ, ਉਹ ਪੈ ਜਾਣਗੇ। ਠੀਕ ਹੈ ਜੀ, ਇਹ ਤੁਹਾਨੂੰ ਵਿਸ਼ਵਾਸ ਦਿਵਾਇਆ ਡੀਸੀ ਸਾਹਿਬ ਨੇ ਵੀ ਮੁਆਵਜ਼ਾ ਤੁਹਾਨੂੰ ਦਿੱਤਾ ਜਾਊਗਾ ਕਿਰਤੀ ਲੋਕਾਂ ਨੂੰ। ਤੇ ਇੱਕ ਸਾਡੀ ਵੱਡੀ ਮੰਗ ਸੀ ਜੀ ਕਿ ਅਸੀਂ ਜਿਹੜੀ 368 ਦੇ ਸਬਰ ਨਹੀਂ ਸਾਡਾ, ਕਿਉਂਕਿ ਮਹਿੰਗਾਈ ਬਹੁਤ ਆ, 368 ਵਾਲੀ ਕੀ ਗੱਲ ਆ। ਤਾਂ ਉਹਨਾਂ ਨੇ ਫਿਰ ਕਿਹਾ ਵੀ ਤੁਹਾਡੀ ਅਸੀਂ ਮੀਟਿੰਗ ਕਰਾ ਦਿੰਦੇ ਹਾਂ ਸੀਨੀਅਰ ਅਧਿਕਾਰੀਆਂ ਨਾਲ, ਕਿਰਤ ਕਮਿਸ਼ਨਰ ਪੰਜਾਬ ਨਾਲ, IAS ਅਫਸਰ ਨੇ, ਤਾਂ ਉਹਨਾਂ ਨਾਲ ਤੁਹਾਡੀ ਮੀਟਿੰਗ ਕਰਾ ਦਿੰਦੇ ਆ ਕਿ ਝੋਨਾ ਦੀ ਸਾਡੀ ਮੰਗ ਆ ਕਿ ਝੋਨਾ ਲਵਾਈ, ਜੀਰੀ ਲਵਾਈ 6,000 ਹੋਵੇ, 1,500 ਰੁਪਏ ਕੁਆਟਲ ਨਰਮਾ ਹੋਵੇ। ਤੇ ਸਾਡੀਆਂ ਇਹ ਵੀ ਮੰਗਾਂ ਨੇ ਤੇ ਹੋਰ ਮਜ਼ਦੂਰੀ ਦੀਆਂ ਵੀ ਸਾਡੀਆਂ 700 ਰੁਪਏ ਮਜ਼ਦੂਰੀ ਰੇਟ ਦੇ ਵਿੱਚ ਵਾਧਾ ਕਰਨ ਦੀ ਮੰਗ ਆ। ਤਾਂ ਉਹਨਾਂ ਨੇ ਕਿਹਾ ਕਿ ਅਸੀਂ ਤੁਹਾਡੀ ਮੀਟਿੰਗ ਕਰਾ ਦੇਵਾਂਗੇ। ਤਾਂ ਅਸੀਂ ਆਖਿਆ ਬਈ ਇਹ ਸਾਨੂੰ ਲਿਖ ਕੇ ਦਿਓ, ਤਾਂ ਅਸੀਂ ਇਹ ਤੁਹਾਡੇ ਤੋਂ ਲਿਖਾ ਕੇ ਲੈਣਾ ਕਿ ਸਾਡੀ ਮੀਟਿੰਗ, ਤੁਸੀਂ ਇਹ ਮੀਟਿੰਗ ਫਿਕਸ ਕਰਾਓ। ਤਾਂ ਉਹਨਾਂ ਨੇ ਆਪਣੇ ਲੈਟਰ ਦੇ ਉੱਪਰ, ਇੱਕ ਪੇਜ ਦੇ ਉੱਪਰ ਆਪਣੇ ਦਸਤਖਤ ਕਰਕੇ ਉਹ ਅਫਸਰ ਸਾਹਿਬਾਨਾਂ ਨਾਲ ਗੱਲ ਕਰਕੇ ਸਾਨੂੰ ਉਹ ਮੀਟਿੰਗ ਲੈ ਕੇ ਦੇ ਦਿੱਤੀ। 27 ਤਰੀਕ ਨੂੰ, ਕੱਲ੍ਹ ਨੂੰ ਹੀ 27 ਤਰੀਕ ਨੂੰ ਸਾਡੀ ਕਿਰਤ ਕਮਿਸ਼ਨ ਪੰਜਾਬ ਦੇ ਨਾਲ ਮੀਟਿੰਗ ਆ ਕਿ ਦਿਹਾੜੀ ਦੇ ਵਿੱਚ, ਮਜ਼ਦੂਰੀ ਦੇ ਵਿੱਚ ਵਾਧਾ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਆ। ਤੇ ਕੱਲ੍ਹ ਨੂੰ ਅਗਲੀ ਰਣਨੀਤੀ ਤਾਂ ਕੱਲ੍ਹ ਨੂੰ ਹੀ ਤੈਅ ਹੋਵੇਗੀ। ਠੀਕ ਹੈ ਜੀ, ਤੇ ਤੁਸੀਂ ਸਾਡੇ ਮਾਧਿਅਮ ਦੇ ਰਾਹੀਂ ਪੰਜਾਬ ਦੇ ਕਿਰਤੀ ਲੋਕਾਂ ਨੂੰ ਜਾਂ ਹੋਰ ਵੀ ਜਿੰਨੇ ਵੀ ਕਿਰਤੀ ਲੋਕਾਂ ਦੇ ਹਮਾਇਤੀ ਬੰਦੇ ਨੇ, ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ? ਮੈਂ ਤਾਂ ਜਿੱਥੇ ਜਿੱਥੇ ਵੀ ਮੇਰੀ ਆਵਾਜ਼ ਜਾਂਦੀ ਹੈ, ਮੈਂ ਕਿਰਪਾ ਕਰਕੇ ਕਹੂੰਗਾ ਵੀ ਇਹਨੂੰ ਹੋਰ ਸ਼ੇਅਰ ਕਰੋ, ਵੱਧ ਤੋਂ ਵੱਧ ਭੇਜੋ, ਕਿਉਂਕਿ ਇਸ ਸਮੇਂ ਦੀ ਲੋੜ ਆ। ਮਜ਼ਦੂਰਾਂ ਨੇ ਹੋਰ ਕਾਸੇ ਦੀ ਲੜਾਈ ਨਹੀਂ ਲੜਨੀ, ਮਜ਼ਦੂਰਾਂ ਨੇ ਨਸਲਾਂ ਦੀ ਲੜਾਈ ਲੜਨੀ ਹੈ। ਸਾਡੇ ਤਾਂ ਜਿਹੇ ਜਿਹੇ ਹਾਲਾਤ ਹੈਗੇ ਨੇ ਇੰਨੀ ਮਹਿੰਗਾਈ 'ਚ ਜੇ ਸਾਡੀ ਦਿਹਾੜੀ ਨਾ ਵਧੀ, ਸਾਡੀ ਮਜ਼ਦੂਰੀ ਦੇ ਰੇਟ ਦੇ ਵਿੱਚ ਵਾਧਾ ਨਾ ਹੋਇਆ, ਤਾਂ ਆਉਣ ਵਾਲੇ ਸਮੇਂ ਦੇ ਵਿੱਚ ਦੇਸ਼ ਦੇ ਵਿੱਚ ਮਜ਼ਦੂਰ ਬਿਲਕੁਲ ਖਤਮ ਹੋ ਜਾਵੇਗਾ। ਇਸ ਕਰਕੇ ਅੱਜ ਜੇ ਸਰਕਾਰਾਂ ਚੱਲ ਰਹੀਆਂ, ਉਹ ਵੀ ਮਜ਼ਦੂਰ ਦੇ ਸਿਰ 'ਤੇ ਚੱਲ ਰਹੀਆਂ। ਮਾਣਯੋਗ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਚੁਟਕਲੇ ਸੁਣਾ ਕੇ, ਸੰਦਰਾਮ ਉਦਾਸੀ ਦੀਆਂ ਜਿਹੜੇ ਕਿਵਤਾ ਗਾ ਕੇ ਜਿਹੜੇ ਕਿਹਾ ਕਰਦਾ ਹੀ ਸੀ, ਮੰਗਦਾ ਰਹੀ ਵੇ ਸੂਰਜਾ, ਭਗਵੰਤ ਮਾਨ ਜੀ ਬੋਲਿਆ ਕਰਦੇ ਸੀ ਕਿ ਮੰਗਦਾ ਰਹੀ ਵੇ ਸੂਰਜਾ, ਕਮੀਆਂ ਦੇ ਵਿਹੜੇ, ਬੜੀਆਂ ਦਲੀਲਾਂ ਗਰੀਬਾਂ ਨੂੰ ਦਿਆ ਕਰਦੇ ਸੀ। ਪਰ 2.5 ਮਹੀਨੇ ਹੋ ਗਏ ਮੁੱਖ ਮੰਤਰੀ ਬਣਿਆ ਨੂੰ, ਇੱਕ ਵੀ ਮਾਨਯੋਗ ਸੂਬੇ ਦਾ ਮੁੱਖ ਮੰਤਰੀ ਦੱਸ ਦੇ ਕਿ ਮੈਂ ਕਿਰਤੀਆਂ ਦੇ ਵਾਸਤੇ, ਮਜ਼ਦੂਰਾਂ ਦੇ ਵਾਸਤੇ ਐਲਾਨ ਕੀਤਾ। ਕਿ ਭਗਵੰਤ ਮਾਨ ਜੀ ਬੜੇ ਦਾਅਵੇ ਕਰਦੇ ਸੀ ਕਿ ਕੁਰਸੀ ਤੇ ਬੈਠਣ ਸਾਰ ਹਰੇ ਪੈਨ ਨਾਲ ਕਿਰਤੀ ਤੇ ਮਜ਼ਦੂਰਾਂ ਦਾ ਭਲਾ ਹੋਵੇਗਾ। ਤੇ ਭਗਵੰਤ ਮਾਨ ਜੀ 2.5 ਮਹੀਨਿਆਂ ਦੇ ਵਿੱਚ ਤੁਹਾਡਾ ਇੱਕ ਵੀ ਕੰਮ ਦੱਸ ਦਿਓ ਜਿਹੜਾ ਹਰਾ ਪੈਨ ਚੱਲ ਕੇ ਗਰੀਬਾਂ ਦਾ, ਮਜ਼ਦੂਰਾਂ ਦਾ ਭਲਾ ਹੋਇਆ ਹੋਵੇ। ਤੁਸੀਂ ਸਭ ਜਿਵੇਂ ਪਿਛਲੀਆਂ ਸਰਕਾਰਾਂ ਨਿਕਲੀਆਂ, ਉਵੇਂ ਹੀ ਸਰਕਾਰਾਂ ਨਿਕਲੀਆਂ। ਇੱਕ ਮੈਂ ਇੱਥੇ ਦੱਸਣਾ ਚਾਹਣਾ ਕਿ ਆਉਣ ਵਾਲੇ ਸਮੇਂ ਦੇ ਵਿੱਚ 2000 ਜਿਹੜੀ ਚੋਣ ਆ ਰਹੀ ਆ, ਆਪਣਾ ਲੋਕ ਸਭਾ ਦੀ ਚੋਣ, ਜਿਮਨੀ ਚੋਣ ਆ ਰਹੀ ਆ 23 ਜੂਨ ਦੀ,
ਤਾਂ ਇਹ ਚੋਣ ਦੇ ਵਿੱਚ ਅਸੀਂ ਘੱਟੋ ਘੱਟ ਵੱਡੀ ਤਾਦਾਦ ਦੇ ਵਿੱਚ ਮਜ਼ਦੂਰ ਸਮਾਜ ਨੂੰ ਲਿਆ ਕੇ ਤੁਹਾਡਾ ਵਿਰੋਧ ਕਰਾਂਗੇ। ਆਉਣ ਵਾਲੇ ਦਿਨਾਂ ਦੇ ਵਿੱਚ ਜੇ ਤੁਸੀਂ ਕਿਰਤੀਆਂ ਦੇ ਖਾਤਿਆਂ ਦੇ ਵਿੱਚ ਨਰਮੇ ਦੇ ਮੁਆਵਜ਼ੇ ਦੇ ਪੈਸੇ ਨਹੀਂ ਪਾਏ, ਮਜ਼ਦੂਰਾਂ ਦੀਆਂ ਜਾਇਜ਼ ਮੰਗਾਂ ਨਹੀਂ ਸੁਣੀਆਂ, ਦਿਹਾੜੀ ਦੇ ਵਿੱਚ ਵਾਧਾ ਨਹੀਂ ਕੀਤਾ, ਤਾਂ ਤੁਹਾਨੂੰ ਇਹ ਅਸੀਂ ਯਕੀਨ ਦਿਵਾਉਂਦੇ ਹਾਂ ਕਿ ਪੰਜਾਬ ਦੇ ਮਜ਼ਦੂਰਾਂ ਨੂੰ ਨਾਲ ਲੈ ਕੇ ਤੁਹਾਡੇ ਸਤੌਜ ਪਿੰਡ ਆ ਕੇ ਉੱਥੇ ਸਾਮਾ ਜਿਹੜਾ ਤੁਸੀਂ ਸਾਡੇ ਸਮਾਜ ਦੇ ਲੋਕਾਂ ਨੂੰ ਝਾੜੂ ਚੁਕਾਇਆ ਸੀ, ਤੁਹਾਡੇ ਪਿੰਡ ਝਾੜੂ ਸਟਾ ਕੇ ਜਾਵਾਂਗੇ, ਉੱਤੇ ਪੈਟਰੋਲ ਪਾ ਕੇ ਉਹਨੂੰ ਝਾੜੂ ਨੂੰ ਮਚਾਉਣ ਦਾ ਕੰਮ ਮੇਰੇ ਦੇਸ਼ ਦੇ ਮਜ਼ਦੂਰ, ਮੇਰੇ ਪੰਜਾਬ ਦੇ ਮਜ਼ਦੂਰ ਕਰਨਗੇ, ਕਿਉਂਕਿ ਤੁਸੀਂ ਹਰ ਫਰੰਟ 'ਤੇ ਫੇਲ ਹੋਏ ਹੋ। ਮੈਂ ਕਹਿਣਾ ਪਿਛਲੀ ਦਿਨੀ ਤੁਸੀਂ ਆਪਣਾ ਸਿਹਤ ਮੰਤਰੀ ਮਾਨਸਾ ਜ਼ਿਲ੍ਹੇ ਦਾ ਇੱਕੋ ਮੰਤਰੀ ਕੈਬਨਿਟ ਮੰਤਰੀ ਬਣਿਆ ਸੀ, ਜਿਹੜਾ ਬੜਾ ਗਰਵ ਸੀ ਹਿੰਦੂ ਭਾਈਚਾਰੇ ਨੂੰ ਵੀ ਸਾਡਾ ਮੰਤਰੀ ਬਣਾਇਆ, ਅਤੇ ਹੁਣ ਤੁਸੀਂ ਉਹ ਕਿਹਾ ਕਿ ਅਸੀਂ ਕੋਈ ਗੁਪਤ ਆਪਰੇਸ਼ਨ ਕੀਤਾ, ਕਿ ਅਸੀਂ ਇਹਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੇ ਵਿੱਚ ਫੜਿਆ। ਜੇ ਫੜਿਆ ਤਾਂ ਫਿਰ ਉਹਨੂੰ ਜਨਤਕ ਕਿਉਂ ਨਹੀਂ ਕਰਦੇ? ਤੁਸੀਂ ਉਹਨਾਂ ਨੂੰ ਜਨਤਕ ਕਰੋ ਵੀ ਆਹ ਕਮੀ ਸੀ ਇੱਥੇ, ਇਸ ਦੀ ਸ਼ਿਕਾਇਤ 'ਤੇ ਐਂ ਕਰਕੇ ਐਂ ਹੋਇਆ, ਕੀ ਤੋਂ ਪੈਸੇ ਮੰਗੇ, ਕਿਹੜੀ ਉਹ ਵੀਡੀਓ ਆ, ਕਿਹੜੀ ਉਹ ਆਡੀਓ ਆ, ਉਹਨੂੰ ਲੀਕ ਕਿਉਂ ਨਹੀਂ ਕਰਦੇ? ਕਿਉਂਕਿ ਤੁਸੀਂ ਹਿੰਦੂ ਭਾਈਚਾਰੇ ਦੀਆਂ ਭਾਵਨਾ ਨਾਲ ਵੀ ਖਿਲਵਾੜ ਕੀਤਾ। ਜੇ ਉਹ ਕਰਪਟ ਆ ਤਾਂ ਉਹ ਜਨਤਕ ਕਰੋ, ਅਤੇ ਜੇ ਨਹੀਂ ਕਰਪਟ ਤਾਂ ਉਹਦੀ ਬਲੀ ਤੁਸੀਂ ਹਿੰਦੂ ਭਾਈਚਾਰਿਆਂ ਦੇ ਮਨਾਂ ਨੂੰ, ਮਹਾਜਨ ਭਾਈਚਾਰੇ ਦੇ ਮਨਾਂ ਨੂੰ ਠੇਸ ਪਹੁੰਚਾਈ ਆ। ਅਤੇ ਅਗਰਵਾਲ ਭਾਈਚਾਰੇ ਨੇ ਵੱਡੇ ਪੱਧਰ 'ਤੇ ਪੰਜਾਬ ਦੇ ਵਿੱਚ ਤੁਹਾਨੂੰ ਵੋਟਾਂ ਪਾਈਆਂ ਸੀ। ਜੇ ਉਹ ਕਰਪਟ ਆ ਤਾਂ ਉਹਨੂੰ ਮੈਂ ਨਹੀਂ ਕਹਿੰਦਾ ਵੀ ਕਰਪਟ ਦਾ ਸਾਥ ਦਿਓ, ਜੇ ਉਹ ਕਰਪਟ ਆ ਤਾਂ ਉਹਨੂੰ ਜਨਤਕ ਕਰਨਾ ਅਤੀ ਜ਼ਰੂਰੀ ਆ ਪੰਜਾਬ ਦੇ ਲੋਕਾਂ ਦੇ ਮੂਹਰੇ ਜੀ। ਕਿਉਂਕਿ ਭਾਈ ਸਾਹਿਬ ਨੇ ਦੱਸਿਆ ਵੀ ਕਿਰਤੀ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਵੱਡੇ ਪੱਧਰ 'ਤੇ ਵੋਟਾਂ ਪਾਈਆਂ ਨੇ, ਇਹ ਮਜ਼ਦੂਰ ਸਮਾਜ ਨੇ ਵੋਟਾਂ ਪਾਈਆਂ ਨੇ। ਅਤੇ ਭਗਵੰਤ ਮਾਨ ਸਾਹਿਬ, ਭਾਈ ਸਾਹਿਬ ਕਹਿ ਰਹੇ ਨੇ ਕਿ ਵੀ ਗੱਲ ਕਰਦੇ ਨੇ ਸਿਰਫ ਕਿਸਾਨਾਂ ਦੀ, ਕਿਉਂਕਿ ਕਿਸਾਨਾਂ ਨੇ ਤਾਂ ਸੰਯੁਕਤ ਮੋਰਚੇ ਵਾਲਿਆਂ ਨੇ ਤਾਂ ਆਪ ਜੀ ਦੇ ਵਿਰੁੱਧ ਚੋਣਾਂ ਲੜੀਆਂ ਨੇ, ਹਰ ਇੱਕ ਹਲਕੇ ਦੇ ਵਿੱਚ ਆਪ ਜੀ ਦੇ ਵਿਰੁੱਧ ਕੈਂਡੀਡੇਟ ਖੜ੍ਹੇ ਕੀਤੇ ਨੇ। ਸੋ ਆਪ ਜੀ ਮਜ਼ਦੂਰਾਂ ਦੀ ਗੱਲ ਕਰੋ, ਮਜ਼ਦੂਰਾਂ ਦੇ ਜਿਹੜੇ ਬਣਦੇ ਹੱਕ ਨੇ ਉਹਨਾਂ ਨੂੰ ਦੇਣ ਦੀ ਕੋਸ਼ਿਸ਼ ਕਰੋ, ਬਕਾਇਦਾ ਲਿਖਤੀ ਰੂਪ ਦੇ ਵਿੱਚ ਮੰਗਾਂ ਮਨਜ਼ੂਰ ਕੀਤੀਆਂ ਜਾਣ। ਠੀਕ ਹੈ ਜੀ। ਅਤੇ ਹੁਣ ਤੁਹਾਡਾ ਜਿਹੜਾ ਮੀਟਿੰਗ ਦੇ ਵਿੱਚ ਮੰਗਾਂ ਨੇ ਤੁਸੀਂ ਦੱਸ ਦਿੱਤੀਆਂ ਵੀ ਜੀਰੀ ਦੇ ਰੇਟ ਨੂੰ ਲੈ ਕੇ, ਮੁਆਵਜ਼ੇ ਨੂੰ ਲੈ ਕੇ, ਅਤੇ ਕਿਰਤੀ ਦਿਹਾੜੀ ਨੂੰ ਲੈ ਕੇ ਮੰਗਾਂ ਵਧਾਈਆਂ ਜਾਣਗੀਆਂ। ਫੈਕਟਰੀਆਂ ਜਿਹੜੀਆਂ ਸ਼ੋਰੂਮਾਂ ਦੇ ਵਿੱਚ ਮੁੰਡੇ ਕੰਮ ਕਰਦੇ ਨੇ ਉਹਨਾਂ ਸਾਰਿਆਂ ਦੇ ਤਨਖਾਹ ਦੇ ਵਿੱਚ ਵਾਧਾ ਕੀਤਾ ਜਾਊਗਾ, ਸਰਕਾਰੀ ਰੇਟ ਤੈਅ ਕੀਤਾ ਜਾਊਗਾ ਜਿਹੜਾ ਨਹੀਂ ਮਿਲਦਾ। ਜਿਹੜੀਆਂ ਸਾਡੀਆਂ ਮੰਗਾਂ ਨੇ। ਠੀਕ ਹੈ ਜੀ। ਅਤੇ ਹੁਣ ਆਪਾਂ ਗੱਲ ਕੀਤੀ ਹੈ ਵੀਰ ਕੁਲਦੀਪ ਸਿੰਘ ਜੀ ਸਰਦੂਲਗੜ੍ਹ ਨਾਲ, ਅਤੇ ਅਸੀਂ ਵੀ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਆਪਣੇ ਹੱਕਾਂ ਲਈ ਲੜਨਾ ਸਿੱਖੋ। ਜਿਹੜੇ ਬੰਦੇ ਲੜਦੇ ਨੇ ਉਹਨਾਂ ਦੇ ਨਾਲ ਖੜਨਾ ਸਿੱਖੋ, ਕਿਉਂਕਿ ਜੇ ਅਸੀਂ ਆਪਣੇ ਹੱਕਾਂ ਦੀ ਲੜਾਈ ਆਪ ਲੜਾਂਗੇ ਤਾਂ ਸਾਨੂੰ ਮਿਲਣਗੇ। ਸਾਨੂੰ ਸੰਵਿਧਾਨ ਨੇ ਹੱਕ ਦਿੱਤਾ ਬਰਾਬਰਤਾ ਦਾ, ਸਾਨੂੰ ਸੰਵਿਧਾਨ ਨੇ ਹੱਕ ਦਿੱਤਾ ਰਿਜ਼ਰਵੇਸ਼ਨ ਦਾ। ਅਸੀਂ ਉਹਨਾਂ ਹੱਕਾਂ ਪ੍ਰਤੀ ਅਵੇਅਰ ਹੋਈਏ, ਜਾਗਰੂਕ ਹੋਈਏ, ਤਾਂ ਜੋ ਸਾਡੀਆਂ ਆਉਣ ਵਾਲੀਆਂ ਨਸਲਾਂ ਦੀ ਬਰਬਾਦੀ ਨਾ ਹੋਵੇ, ਅਸੀਂ ਸਾਡੇ ਜਿਹੜੇ ਆਉਣ ਵਾਲੇ ਬੱਚੇ ਨੇ ਉਹ ਜ਼ਿੰਦਗੀ ਸਹੀ ਜੀ ਸਕਣ ਆਪਣੀ। ਧੰਨਵਾਦ ਜੀ।